परमेश्वरी जोत दे मालक तन तन सतगुरु गुरु नानक पातशाह जी ਨੂੰ ਸੁਰਤ ਵਿੱਚ ਵਸਾਉਣ ਦਾ ਯਤਨ ਕਰਦੇ ਹਾਂ। ਆਓ ਗੁਰੂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਨਾਨਕ ਜੀ ਦੀ ਜ਼ਿੰਦਗੀ ਦੀ ਗੱਲ ਸਾਡੇ ਸਾਰਿਆਂ ਦੀ ਸਮਝ ਦਾ ਹਿੱਸਾ ਬਣ ਸਕੇ, ਇਸ ਲਈ ਅਸੀਂ ਜਿਸ ਪੜਾਅ 'ਤੇ ਉਹਨਾਂ ਦੇ ਜੀਵਨ ਨੂੰ ਇਸ ਮੌਕੇ ਚਰਚਾ ਵਿੱਚ ਪਾ ਕੇ ਦੇਖ ਰਹੇ ਹਾਂ, ਉਹ ਪੜਾਅ ਬਾਲ ਵਰੇਸ ਦਾ ਬਚਪਨ ਦਾ ਪੜਾਅ ਹੈ, ਜਿੱਥੇ ਮਾਪਿਆਂ ਦੇ ਅੰਦਰ ਬੱਚਿਆਂ ਦੇ ਭਵਿੱਖ ਦੇ ਉਜਲੇ ਸੁਪਨੇ, ਵੱਡੇ ਤੋਂ ਵੱਡੇ ਸੁਪਨੇ ਉਹਨਾਂ ਨੇ ਚਿਤਵੇ ਹੁੰਦੇ ਹਨ। ਅਤੇ ਅਸੀਂ ਪਹਿਲੇ ਹਿੱਸੇ ਵਿੱਚ ਦੇਖਣ ਦਾ ਯਤਨ ਕੀਤਾ ਕਿ ਸਜਗ ਮਾਪੇ ਵਿਦਿਆ ਦੇ ਲਈ ਸਿਰ ਤੋੜ ਯਤਨ ਕਰਦੇ ਨੇ ਕਿ ਸਾਡੀ ਔਲਾਦ ਨੂੰ, ਸਾਡੇ ਬੱਚਿਆਂ ਨੂੰ ਬਿਹਤਰੀਨ ਵਿਦਿਆ ਮਿਲ ਸਕੇ। ਹੁਣ ਵਿਦਿਆ ਦੇ ਪੱਖ ਦੀ ਜਦੋਂ ਗੱਲ ਕਰਦੇ ਹਾਂ ਅਤੇ ਵਿਦਿਆ ਨੂੰ ਸਾਡੇ ਸਮਾਜ ਦੇ ਅੰਦਰ ਬਹੁਤ ਵੱਡਾ ਰੁਤਬਾ ਦਿੱਤਾ ਗਿਆ ਹੈ। ਵਿਦਿਆ ਨੂੰ ਤੀਸਰੇ ਨੇਤਰ ਦੇ ਤੌਰ ਦੇ ਉੱਤੇ ਆਮ ਤੌਰ 'ਤੇ ਅਸੀਂ ਪ੍ਰਚਾਰਦੇ ਹਾਂ ਕਿ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ। ਉਹ ਨੇਤਰ ਜਿਹੜਾ ਵਿਚਾਰ ਦੀ ਸਤ੍ਹਾ 'ਤੇ ਖਲੋਤਾ ਹੈ, ਉਹ ਨੇਤਰ ਜਿਹੜਾ ਦਲੀਲ ਦੀ ਸਤ੍ਹਾ 'ਤੇ ਖਲੋਤਾ ਹੈ, ਉਹ ਨੇਤਰ ਜਿਹਨੇ ਸਾਨੂੰ ਚੰਗੇ ਮਾੜੇ ਬਾਰੇ ਨਿਰਣਾਇਕ ਬੁੱਧੀ ਬਖਸ਼ਿਸ਼ ਕਰਨੀ ਹੈ, ਉਹ ਨੇਤਰ ਜਿਹਦੇ 'ਚੋਂ ਸਾਨੂੰ ਉਹ ਗਿਆਨ ਮਿਲਣਾ ਹੈ ਜਿਹਦੇ ਨਾਲ ਅਸੀਂ ਸਮਾਜਿਕ ਜ਼ਿੰਦਗੀ, ਧਾਰਮਿਕ ਜ਼ਿੰਦਗੀ, ਰਾਜਨੀਤਿਕ ਜ਼ਿੰਦਗੀ, ਆਰਥਿਕ ਜ਼ਿੰਦਗੀ, ਇਹਨਾਂ ਸਾਰੇ ਪੱਖਾਂ ਦੇ ਉੱਤੇ ਬੌਧਿਕ ਤੌਰ 'ਤੇ ਮਨੁੱਖ ਦੇ ਅੰਦਰ ਵਿਕਾਸ ਦਾ ਜਿਹੜਾ ਹੈ ਉਹ ਦਰਵਾਜ਼ਾ ਖੁੱਲ੍ਹਦਾ ਹੈ ਵਿਦਿਆ ਦੇ ਝਰੋਖੇ ਵਿੱਚੋਂ। ਇਸ ਲਈ ਵਿਦਿਆ ਅਤਿ ਲੋੜੀਂਦੀ ਰਹੀ ਹੈ ਮਨੁੱਖ ਦੇ ਲਈ। ਇਹਦੀ ਕਦਰ ਆਸਤਾ ਆਸਤਾ ਕਰਕੇ ਵੱਧਦੀ ਜਾਂਦੀ ਹੈ, ਜਿਵੇਂ ਜਿਵੇਂ ਮਨੁੱਖੀ ਸਮਾਜ ਵਿਦਿਆ ਦੀਆਂ ਖੂਬੀਆਂ ਜਾਂ ਗੁਣਾਂ ਤੋਂ ਵਾਕਫ ਹੁੰਦਾ ਜਾਂਦਾ ਹੈ। ਹੁਣ ਮਹਿਤਾ ਕਲਿਆਣ ਦਾਸ ਜੀ, ਜਿਨ੍ਹਾਂ ਦੇ ਬਾਰੇ ਆਪਾਂ ਚਰਚਾ ਕੀਤੀ ਹੈ ਕਿ ਵਕਤ ਦੇ ਪੜ੍ਹੇ ਹੋਏ ਇੱਕ ਅਹਿਲਕਾਰ ਨੇ, ਵੱਡੀ ਜ਼ਿੰਮੇਵਾਰੀ ਦੇ ਪਾਲਕ ਨੇ, ਅਤੇ ਅੱਜ ਆਪਣੇ ਸਪੁੱਤਰ ਨੂੰ ਲੈ ਕੇ ਉਹ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਨਾਲ ਲੈ ਕੇ ਗੋਪਾਲ ਦਾਸ ਪਾਂਧਾ ਜੀ ਦੇ ਕੋਲ ਗਏ। ਜਦੋਂ ਅਸੀਂ ਗੁਰਦੇਵ ਦੇ ਜੀਵਨ ਨੂੰ ਗੌਰ ਨਾਲ ਦੇਖਦੇ ਹਾਂ ਅਤੇ ਇੱਕ ਗੱਲ ਬੜੀ ਖੂਬਸੂਰਤ ਸਾਡੇ ਸਾਰਿਆਂ ਦੇ ਸਾਹਮਣੇ ਆਉਂਦੀ ਹੈ। ਉਹ ਹੈ ਕਿ ਗੁਰੂ ਪਾਤਸ਼ਾਹ ਜੀ ਆਪਣੇ ਪਿਤਾ ਜੀ ਦੀ ਆਗਿਆ ਪਾਲਣ ਦੇ ਵਿੱਚ ਬਹੁਤ ਮਹੱਤਵਪੂਰਨ ਪੱਖ ਨੂੰ ਆਪਣੀ ਸੁਭਾਅ ਦੁਆਰਾ ਉਜਾਗਰ ਕਰਦੇ ਨੇ। ਉੱਥੇ ਇਨਕਾਰ ਨਹੀਂ ਹੈ। ਉੱਥੇ ਆਗਿਆ ਨੂੰ ਮੰਨਣ ਦੇ ਵਿੱਚ ਕਿਸੇ ਪ੍ਰਕਾਰ ਦਾ ਬਹਾਨਾ ਉਹ ਕਦੀ ਨਹੀਂ ਵਰਤਦੇ। ਪਿਤਾ ਜੀ ਕਹਿੰਦੇ ਨੇ, ਉਹ ਸਵੀਕਾਰ ਕਰਦੇ ਨੇ, ਅਤੇ ਅੱਜ ਵੀ ਗੋਪਾਲ ਦਾਸ ਪਾਂਧਾ ਜੀ ਦੇ ਪਾਸ ਪਿਤਾ ਜੀ ਲੈ ਕੇ ਗਏ ਨੇ। ਅਤੇ ਗੱਲ ਜਿਹੜੀ ਸਾਡੀ ਸਮਝ ਵਿੱਚ ਆਉਣੀ ਜ਼ਰੂਰੀ ਹੈ, ਉਹੀ ਹੈ ਕਿ ਅੱਜ ਦਾ ਹਰ ਇੱਕ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸੰਸਕਾਰੀ ਵਿਦਿਆ, ਵਿਹਾਰੀ ਵਿਦਿਆ ਦੇ ਨਾਲ ਨਾਲ ਸੰਸਕਾਰੀ ਵਿਦਿਆ, ਜਿਹਦੇ ਵਿੱਚੋਂ ਸਾਡੇ ਸਮਾਜਿਕ ਬਣਤਰ ਦੀ ਸੰਭਾਲ ਦੇ ਲਈ ਖੂਬੀਆਂ, ਗੁਣ, ਚੰਗਿਆਈਆਂ ਭਰੀਆਂ ਹੁੰਦੀਆਂ ਨੇ,
ਉਹ ਵੀ ਧਿਆਨ ਅਸੀਂ ਸਾਰੇ ਆਪਣੇ ਅੰਦਰ ਰੱਖ ਕੇ ਇਹ ਪਹਿਲ ਕਦਮੀ ਕਰੀਏ। ਅਤੇ ਆਪਾਂ ਗੱਲ ਕਰ ਰਹੇ ਸੀ ਪੁਰਾਣਾ ਉਸਤਾਦ ਅਤੇ ਅੱਜ ਦਾ ਉਸਤਾਦ, ਭਾਵੇਂ ਨਾ ਕਰਕੇ ਵੀ ਭਿੰਨਤਾ ਹੁੰਦੀ ਦਿਖਾਈ ਦੇ ਰਹੀ ਹੈ। ਅੱਜ ਉਸਤਾਦ ਸ਼ਬਦ ਸਾਡੀ ਭਾਸ਼ਾ 'ਚੋਂ ਗਵਾਚ ਗਿਆ, ਅੱਜ ਅਧਿਆਪਕ ਸ਼ਬਦ ਵੀ ਸਾਡੀ ਭਾਸ਼ਾ 'ਚੋਂ ਗਵਾਚ ਗਿਆ। ਅੱਜ ਸਾਡੀ ਭਾਸ਼ਾ ਵਿੱਚ ਨਵੇਂ ਸ਼ਬਦਾਂ ਨੇ ਪ੍ਰਵੇਸ਼ ਕਰ ਲਏ, ਪਰ ਉਹ ਸਾਡੀ ਜਿਹੜੀ ਅਧਿਆਪਕ ਦੀ ਸ਼ਖਸੀਅਤ, ਉਸਤਾਦ ਦੀ ਸ਼ਖਸੀਅਤ, ਉਹਦੀ ਮਾਨਤਾ, ਉਹਦੀ ਸਵੀਕਾਰਤਾ, ਉਹਦਾ ਸੁਭਾਅ, ਕਿਉਂਕਿ ਆਪਾਂ ਗੱਲ ਕੀਤੀ ਸੀ ਕਿ ਵਿਦਿਆ ਇਹ ਦਾਨ ਹੈ, ਭਾਵ ਨੇਕੀ ਦਾ ਕਰਮ ਹੈ। ਵਿਦਿਆ ਦਾਤਾ ਬਣਨਾ ਕਿਸੇ ਜ਼ਮਾਨੇ ਅੰਦਰ ਬਹੁਤ ਮਾਣ ਵਾਲੀ ਗੱਲ ਹੁੰਦੀ ਸੀ, ਅਤੇ ਵਿਦਿਆ ਦਾਤਾ ਬਣ ਕੇ ਗਾੜੀ ਵਿਦਿਆਰਥੀਆਂ ਨੂੰ ਪੜ੍ਹਾਉਣਾ, ਬਾਲਕਾਂ ਨੂੰ ਪੜ੍ਹਾਉਣਾ ਇੱਕ ਰੂਹ ਦੇ ਸਕੂਨ ਦੀ ਗੱਲ ਉਸ ਸਮੇਂ ਦਾ ਅਧਿਆਪਕ ਸਵੀਕਾਰ ਕਰਦਾ ਸੀ। ਉਹਦੇ ਕੋਲ ਆਪਣੇ ਇਸ ਮਹਾਨ ਨੇਕ ਕਰਮ ਦੇ ਲਈ ਸਮਰਪਣ ਸੀ। ਅੱਜ ਵੀ ਐਸੇ ਅਧਿਆਪਕ ਮਿਲਦੇ ਨੇ, ਪਰ ਗਿਣਤੀ ਬਹੁਤ ਘੱਟ ਰਹਿ ਜਾਂਦੀ ਹੈ। ਖੈਰ, ਆਪਾਂ ਵਿਸ਼ੇ 'ਤੇ ਆ ਜਾਈਏ ਤਾਂ ਉਸ ਗੋਪਾਲ ਦਾਸ ਪਾਂਧਾ ਜੀ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਉਸ ਵਕਤ ਦੀ ਭਾਸ਼ਾ ਜੋ ਵੀ ਸੀ ਉਹਨੂੰ ਆਸਤਾ ਆਸਤਾ ਕਰਕੇ ਪੜ੍ਹਾਇਆ ਜਾ ਰਿਹਾ। ਬਾਕੀ ਵਿਦਿਆਰਥੀ ਵੀ ਹੋਣਗੇ ਜਿਹੜੇ ਉਹਨਾਂ ਕੋਲ ਪੜ੍ਹਨ ਵਾਸਤੇ ਆਉਂਦੇ ਹੋਣਗੇ, ਅਤੇ ਆਪਾਂ ਇਹ ਗੱਲ ਬਾਖੂਬੀ ਦੇਖੀ ਜਾਂ ਯਕੀਨਨ ਤੌਰ 'ਤੇ ਕਹਿ ਸਕਦੇ ਹਾਂ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਅਜੇ ਉਹਨਾਂ ਨੂੰ ਪਹਿਚਾਣਦਾ ਨਹੀਂ ਹੈ। ਉਹਨਾਂ ਦੇ ਸੁਭਾਅ ਨੂੰ ਵੱਖ ਵੱਖ ਪੱਖਾਂ ਤੋਂ ਮਾਤਾ ਪਿਤਾ ਜੀ ਦੇਖ ਰਹੇ ਨੇ, ਆਂਢੀ ਗੁਆਂਢੀ ਦੇਖ ਰਹੇ ਨੇ, ਗਲੀ ਮੁਹੱਲੇ ਵਾਲੇ ਦੇਖ ਰਹੇ ਨੇ, ਜਿਨ੍ਹਾਂ ਨਾਲ ਉਹਨਾਂ ਦਾ ਵਾਹ ਪੈਂਦਾ, ਸੰਪਰਕ ਬਣਦਾ ਹੈ, ਉਹ ਦੇਖ ਰਹੇ ਨੇ। ਹੁਣ ਗੋਪਾਲ ਦਾਸ ਪਾਂਧਾ ਜੀ ਨੂੰ ਇੱਕ ਅਵਸਰ ਪ੍ਰਾਪਤ ਹੋਇਆ। ਬੇਸ਼ੱਕ ਉਹਨਾਂ ਦੇ ਲਈ ਇੱਕ ਚੰਗੇ ਖਾਨਦਾਨ ਦਾ ਨੌ ਨਿਹਾਲ ਹੈ, ਚੰਗੇ ਖਾਨਦਾਨ ਦਾ ਸੁਪੁੱਤਰ ਹੈ, ਚੰਗੇ ਖਾਨਦਾਨ ਨਾਲ ਜੁੜਿਆ ਹੋਇਆ ਉਹਨਾਂ ਦਾ ਇਹ ਸ਼ਾਗਿਰਦ ਹੈ। ਇਹ ਉਹਨਾਂ ਦੇ ਲਈ ਇੱਕ ਬੜੀ ਇੱਜ਼ਤ ਦੀ ਗੱਲ ਸੀ, ਮਾਣ ਦੀ ਗੱਲ ਸੀ। ਉਹ ਨਹੀਂ ਜਾਣਦੇ ਕਿ ਜਿਸ ਵਿਦਿਆਰਥੀ ਨੂੰ ਮੈਂ ਪੜ੍ਹਾ ਰਿਹਾ ਹਾਂ, ਜਿਹਦੇ ਨਾਮ ਨੂੰ ਨਾਨਕ ਕਰਕੇ ਮੇਰੇ ਕੋਲ ਪ੍ਰਗਟ ਕੀਤਾ ਗਿਆ, ਇਹ ਆਮ ਜੀਵਨ ਸਤ੍ਹਾ ਤੋਂ ਬਹੁਤ ਉੱਪਰ ਦੀ ਸਤ੍ਹਾ ਦੇ ਵਾਰਸ ਨੇ, ਔਰ ਇਹਨਾਂ ਦੇ ਉੱਤੇ ਭਵਿੱਖ ਦੀਆਂ ਕਿਤਨਾ ਦੀਆਂ ਜ਼ਿੰਮੇਵਾਰੀਆਂ ਨੇ। ਇਸ ਪੱਖੋਂ ਇਹ ਉਸਤਾਦ ਜੀ ਨੇ ਅਜੇ ਉਹਨਾਂ ਕੋਲ ਨਾ ਗਿਆਨ ਹੈ, ਨਾ ਅਜੇ ਪਹਿਲੇ ਦਿਨ ਉਹਨਾਂ ਕੋਲ ਏਡੀ ਵੱਡੀ ਸਮਝ ਹੈ, ਪਰ ਉਹਨਾਂ ਨੇ ਕਿਰਿਆ ਸ਼ੁਰੂ ਕੀਤੀ। ਸਾਖੀ ਦਾ ਕਰਤਾ ਲਿਖਦਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਬਹੁਤ ਮਨ ਲਾ ਕੇ ਉਸਤਾਦ ਦੀ ਗੱਲ ਸੁਣਦੇ ਨੇ, ਦਿੱਤੇ ਹੋਏ ਕੰਮ ਨੂੰ ਧਿਆਨ ਨਾਲ ਕਰਦੇ ਨੇ, ਉਹਦਾ ਅਭਿਆਸ ਵੀ ਕਰਦੇ ਨੇ। ਪਰ ਜਦੋਂ ਇੱਕ ਸਮਾਂ ਬੀਤਦਾ ਹੈ, ਥੋੜ੍ਹੇ ਜਿਹੇ ਦਿਨਾਂ ਤੋਂ ਬਾਅਦ ਉਹ ਆਪਣੀ ਵਿਦਿਆ ਦੇ ਪ੍ਰਾਪਤੀ ਦੇ ਖੇਤਰ ਦੇ ਵਿੱਚ ਦੂਜੇ ਵਿਦਿਆਰਥੀਆਂ ਨਾਲੋਂ ਬੜੇ ਹੋਰਵੇਂ ਦਿਖਾਈ ਦਿੰਦੇ ਨੇ। ਉਹਨਾਂ ਦਾ ਧਿਆਨ, ਉਹਨਾਂ ਦੀ ਲਗਨ, ਉਹਨਾਂ ਦੇ ਬੈਠਣ ਦਾ ਢੰਗ, ਉਹਨਾਂ ਦੇ ਬੋਲ ਚਾਲ ਦਾ ਢੰਗ, ਉਹਨਾਂ ਦੇ ਕੰਮ ਨੂੰ ਕਰਕੇ ਦੇਣ ਦੀ ਕਿਰਿਆ, ਹਰ ਪੱਖ ਤੋਂ ਇੱਕ ਬੜੀ ਸੰਤੁਸ਼ਟੀ ਦੇਣ ਵਾਲੀ ਗੱਲ ਹੈ ਉਸ ਉਸਤਾਦ ਦੇ ਲਈ। ਅਤੇ ਅਸੀਂ ਅੱਗੇ ਚੱਲ ਕੇ ਦੇਖਦੇ ਹਾਂ, ਜੋ ਸਾਨੂੰ
ਸਾਖੀਕਾਰਾਂ ਨੇ ਸਾਡੇ ਸਾਹਮਣੇ ਪਰੋਸਿਆ ਹੈ। ਸਾਖੀਕਾਰਾਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਖਸੀਅਤ ਨੂੰ ਗੁਰਬਾਣੀ ਦੇ ਲਹਿਜੇ ਵਿੱਚੋਂ, ਉਹਨਾਂ ਦੀ ਜ਼ਿੰਦਗੀ ਦੇ ਵੱਡੇ ਸਾਰੇ ਕਰਨੀਨਾਮੇ ਦੇ ਵਿੱਚੋਂ ਬਹੁਤ ਗੌਰ ਦੇ ਨਾਲ ਦੇਖ ਕੇ ਉਹਨਾਂ ਦੇ ਛੋਟੀ ਉਮਰ ਦੇ ਪੜਾਵਾਂ ਦੀ ਗੱਲ ਜਿਹੜੀ ਹੈ ਉਹਨੂੰ ਸਾਡੇ ਤੱਕ ਬਹੁਤ ਮਹੱਤਵਪੂਰਨ ਰੂਪ ਦਿੰਦਿਆਂ ਪਹੁੰਚਾਉਣ ਦਾ ਉਪਕਾਰ ਕੀਤਾ ਹੈ। ਭਾਗਾਂ ਵਾਲਿਓ, ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਜਦੋਂ ਵਿਦਿਆ ਪੜ੍ਹ ਰਹੇ ਨੇ ਅਤੇ ਵਿਦਿਆ ਪੜ੍ਹਦਿਆਂ ਇਤਿਹਾਸ ਲਿਖਦੇ ਜਾਂ ਸਾਖੀਕਾਰ ਲਿਖਦੇ ਨੇ ਕਿ ਇੱਕ ਦਿਨ ਆਉਂਦਾ ਹੈ ਉਹਨਾਂ ਦੀ ਲਿਖਤ ਜਦੋਂ ਉਸਤਾਦ ਜੀ ਦੇ ਨਿਗਾਹ ਵਿੱਚ ਪੈਂਦੀ ਹੈ ਤਾਂ ਉਹ ਲਿਖਤ ਉਹਨਾਂ ਦੀ ਪੜ੍ਹਾਈ ਗਈ ਵਿਦਿਆ ਨਾਲੋਂ ਬਿਲਕੁਲ ਕਿਸੇ ਹੋਰ ਲਹਿਜੇ ਦੀ, ਹੋਰ ਤਰ੍ਹਾਂ ਦੇ ਗਿਆਨ ਨਾਲ ਭਰਪੂਰ ਲਬਰੇਜ ਲਿਖਤ ਉਹਨਾਂ ਦੇ ਸਾਹਮਣੇ ਆ ਜਾਂਦੀ ਹੈ। ਗੋਪਾਲ ਦਾਸ ਪਾਂਧਾ ਜੀ ਇਤਿਹਾਸ ਕਹਿੰਦਾ ਹੈ ਕਿ ਹੱਕੇ ਬੱਕੇ ਰਹਿੰਦੇ ਨੇ। ਉਹ ਲਿਖਤ ਵਾਲੇ ਪਾਸੇ ਦੇਖਦੇ ਨੇ, ਦੂਜੇ ਪਾਸੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵਾਲੇ ਪਾਸੇ ਦੇਖਦੇ ਨੇ। ਉਹਨਾਂ ਦੇ ਅੰਦਰ ਖਿਆਲ ਚੱਲਦਾ ਹੈ, ਇਹ ਬੱਚਾ ਇਹ ਮਾਮੂਲੀ ਨਹੀਂ ਹੈ, ਇਹ ਮਹਿਤਾ ਕਲਿਆਣ ਦਾਸ ਜੀ ਦਾ ਸਪੁੱਤਰ ਆਮ ਵਿਦਿਆਰਥੀਆਂ ਦੀ ਸ਼੍ਰੇਣੀ ਦਾ ਹਿੱਸਾ ਨਹੀਂ ਹੈ। ਇਹਦੀ ਸੋਚ, ਇਹਦੇ ਖਿਆਲ ਦੀ ਉਡਾਰੀ ਕਿਸੇ ਹੋਰ ਦੁਨੀਆ ਦੀ ਹੈ, ਵਿਸਮਾਦਿਤ ਪੱਖ ਦੀ ਹੈ, ਅਧਿਆਤਮਿਕ ਪੱਖ ਦੀ ਹੈ। ਔਰ ਇਹ ਗੱਲ ਜਿਹੜੀ ਹੈ ਇਹ ਉਸਤਾਦ ਜੀ ਦੇ ਮਨ ਉੱਤੇ ਲੱਗ ਜਾਂਦੀ ਹੈ। ਹੁਣ ਉੱਥੇ ਤਾਂ ਸਾਖੀਕਾਰ ਇਹ ਗੱਲ ਲਿਖਦੇ ਨੇ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਵਰੇਸ਼ ਦੇ ਅੰਦਰ, ਇਸ ਉਮਰ ਦੇ ਅੰਦਰ ਉਹਨਾਂ ਨੇ ਉਹ ਖੁਦਾਈ ਕਲਾਮ ਜਿਹੜਾ ਉਹਨਾਂ ਦੇ ਨਾਮ ਦੇ ਸਿਰਲੇਖ ਹੇਠ, ਮਹਿਲਾ ਪਹਿਲਾ ਦੇ ਸਿਰਲੇਖ ਹੇਠ ਆਸਾ ਰਾਗ ਦੇ ਵਿੱਚ ਦਰਜ ਹੈ, ਉੱਥੇ ਉਸ ਬਾਣੀ ਦਾ ਆਰੰਭ ਉਹਨਾਂ ਨੇ ਤਖਤੀ 'ਤੇ ਲਿਖ ਕੇ ਉਸਤਾਦ ਜੀ ਦੇ ਅੱਗੇ ਪੇਸ਼ ਕੀਤਾ ਹੈ। ਸੱਸੈ ਸ੍ਰਿਸ਼ਟ ਸੋਏ ਜਿਨ ਸਾਜੀ। ਇੱਥੋਂ ਗੱਲ ਆਰੰਭ ਕਰਦੇ ਨੇ। ਜਦੋਂ ਇਹ ਬਾਣੀ ਦੇ ਅੱਖਰ ਜਿਹੜੇ ਗੋਪਾਲ ਦਾਸ ਪਾਂਧਾ ਦੀ ਲਈ ਬਿਲਕੁਲ ਇੱਕ ਨਵੇਕਲੇ ਜਿਹੇ ਗਿਆਨ ਦੇ ਪ੍ਰਤੀਕ ਨੇ, ਉਹ ਉਹਨਾਂ ਨੂੰ ਕਿਸੇ ਵਿਸਮਾਦਿਤ ਪੱਖ 'ਤੇ ਲੈ ਜਾਂਦੇ ਨੇ। ਇਹ ਕੀ ਹੈ? ਇਹ ਕਿਸ ਤਰ੍ਹਾਂ ਦਾ ਗਿਆਨ ਹੈ? ਮੈਂ ਨਾ ਸ਼ਾਸਤਰਾਂ 'ਚੋਂ ਪੜ੍ਹਿਆ, ਨਾ ਮੈਂ ਵੇਦਾਂ 'ਚੋਂ ਪੜ੍ਹਿਆ, ਨਾ ਮੈਂ ਸਿਮਰਤੀਆਂ 'ਚੋਂ ਪੜ੍ਹਿਆ, ਨਾ ਮੈਂ ਕਿਸੇ ਹੋਰ ਆਪਣੀ ਬਰਾਦਰੀ ਦੇ ਗੂੜ ਵਿਦਵਾਨ ਦੇ ਕੋਲੋਂ ਸੁਣਿਆ। ਜਿਹੜਾ ਗਿਆਨ ਅੱਜ ਨਾਨਕ ਜੀ ਇਸ ਤਖਤੀ ਦੇ ਉੱਤੇ, ਇਸ ਪੱਟੀ ਦੇ ਉੱਤੇ ਲਿਖ ਕੇ ਮੇਰੇ ਸਾਹਮਣੇ ਪੇਸ਼ ਕਰ ਰਹੇ ਨੇ। ਹੁਣ ਇੱਥੇ ਸਵਾਲ ਜਵਾਬ ਹੈ। ਇੱਥੇ ਗੋਪਾਲ ਦਾਸ ਪਾਂਧਾ ਜੀ ਇੱਕ ਪਾਸੇ ਲਿਖਤ ਦੇਖ ਰਹੇ ਨੇ, ਦੂਜੇ ਪਾਸੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੇਖ ਰਹੇ ਨੇ। ਭਾਵੇਂ ਉਹਨਾਂ ਨੂੰ ਵਿਦਿਆਰਥੀ ਦੇ ਰੂਪ ਦੇ ਵਿੱਚ ਦੇਖ ਰਹੇ ਨੇ, ਪਰ ਉਹਨਾਂ ਨੂੰ ਜਾਪਣ ਲੱਗ ਪਏ ਨਹੀਂ, ਇਹ ਕੋਈ ਬਾਤ ਨਵੇਕਲੀ ਹੈ। ਕੀ ਨਵੇਕਲੀ ਹੈ? ਇੱਥੇ ਇੱਕ ਸੰਵਾਦ ਹੈ, ਇੱਥੇ ਇੱਕ ਚਰਚਾ ਹੈ। ਉਹ ਚਰਚਾ ਦਾ ਉਲੇਖ ਅਸੀਂ ਅਗਲੇ ਪੜਾਅ 'ਤੇ ਕਰਾਂਗੇ ਕਿ ਧੰਨ ਗੁਰੂ ਨਾਨਕ ਜੀ ਦੀ ਲਿਖਤ ਕੀ ਕਹਿੰਦੀ ਹੈ। ਗੋਪਾਲ ਦਾਸ ਪਾਂਧਾ ਜੀ ਉਸ ਲਿਖਤ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਵਾਲਾਂ ਦੀ ਬਾਤ ਸਾਂਝ ਪਾਉਂਦੇ ਨੇ ਆਪਣੇ ਉਸ ਸ਼ਾਗਿਰਦ ਨਾਲ, ਜਿਹਨੂੰ ਸੰਸਾਰ ਧੰਨ ਗੁਰੂ ਨਾਨਕ ਕਹਿ ਕੇ ਆਪਣਾ ਸਜਦਾ ਕਰਦਾ ਹੈ। ਅਤੇ ਆਓ ਅੱਜ ਇੱਥੇ ਗੱਲ ਸਮਾਪਤ ਕਰਕੇ ਅਗਲੀ ਲੜੀ ਨੂੰ
ਸੁਣਨ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ। ਭੁੱਲਾਂ ਮਾਫ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।